ਤੋਂ ਪਹਿਲਾਂ ਤਾਂ ਮੈਂ ਇਹ ਜਿਹੜਾ ਫੈਸਲਾ ਕੱਲ੍ਹ ਆਇਆ, ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ। ਬਹੁਤ ਹੀ ਮਾੜਾ ਅਤੇ ਇੱਕ ਹਾਸੋਹੀਣਾ ਫੈਸਲਾ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵਿੱਚ ਰੱਖਿਆ ਗਿਆ। ਇੱਕ ਜੁਡੀਸ਼ਲੀ ਤੋਂ ਵਿਸ਼ਵਾਸ ਉਠਾਉਣ ਦੀਆਂ ਗੱਲਾਂ ਜਿਹੜੀਆਂ ਕੱਲ੍ਹ ਉਹ ਫੈਸਲੇ ਦੇ ਵਿੱਚ ਆਈਆਂ। ਕੁਝ ਲੋਕ ਇਹ ਕਹਿੰਦੇ ਆ ਵੀ ਇਹ ਫੈਸਲਾ ਪਿੱਛੇ ਕਿਸੇ ਦੀ ਸਾਜ਼ਿਸ਼ ਹੈ। ਤੁਸੀਂ ਇਦਾਂ ਇਸ ਨੂੰ ਕਿਵੇਂ ਲੈਂਦੇ ਹੋ? ਫੈਸਲੇ ਨਹੀਂ, ਇਹ ਸਾਜ਼ਿਸ਼ਾਂ ਤਹਿਤ ਕੀਤੇ ਹੋਏ ਸਮਝੌਤੇ ਆ ਜਿਹੜੇ ਕੱਲ੍ਹ ਜੱਜਾਂ ਦੇ ਥਰੂ ਆਏ ਆ। ਇਹ ਸਮਝੌਤੇ ਕਿਸ ਨਾਲ ਹੋਏ ਆ ਜੀ? 9 ਚਲਾਨ ਜਿਹੜੇ ਅਦਾਲਤਾਂ ਦੇ ਵਿੱਚ ਸਬਮਿਟ ਹੋ ਚੁੱਕੇ ਆ, ਜਿਹਦੇ ਵਿੱਚ ਦੋਸ਼ੀ ਪਾਏ ਗਏ ਆ ਅਤੇ ਉਹ ਤਰੀਕਾਂ 'ਤੇ ਵੀ ਆਉਂਦੇ ਆ, ਉਹ ਆਪਣੇ ਕੇਸ ਲੜ ਰਹੇ ਆ। ਪਰ ਇੱਕਦਮ ਅਦਾਲਤ ਦਾ ਫੈਸਲਾ ਮਤਲਬ 100% ਜਾਂਚ ਕੰਪਲੀਟ ਹੋਣ ਤੋਂ ਬਾਅਦ ਉਹਨੂੰ ਜ਼ੀਰੋ ਕਰਨਾ। ਸੋ ਇਹ ਦੋਸ਼ੀਆਂ ਦੀ ਮਿਲੀ ਭੁਗਤ ਆ ਜਿਹੜੀ ਸਰਕਾਰ ਦੇ ਨਾਲ ਸੰਢੀ ਗੰਢੀ ਕੀਤੀ, ਜਿਹੜੀ ਸਿੱਧੀ ਸਾਹਮਣੇ ਆਉਂਦੀ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਪਿਛਲੀ ਸਰਕਾਰ ਜਿਨ੍ਹਾਂ ਤੇ ਦੋਸ਼ ਲੱਗਦਾ ਸੀ ਵੀ ਉਹ ਹੁਣ ਬਿਲਕੁਲ ਕਲੀਨ ਸਾਫ਼ ਚਿੱਟ ਉਹਨਾਂ ਨੂੰ ਮਿਲ ਗਈ ਹੈ? ਉਹ ਦੋਸ਼ੀ ਉਹੀ ਸੀ, ਉਹਨਾਂ ਦਾ ਚਹੇਤਾ ਮਤਲਬ ਵਰਦੀ ਦੇ ਵਿੱਚ ਗੁੰਡਾ ਟਾਈਪ ਇਨਸਾਨ DGP ਸਮੇਧ ਸੈਣੀ ਸੀਗਾ, IG ਉਮਰਾ ਨੰਗਲ ਸੀਗਾ, SSP ਚਰਨਜੀਤ ਸ਼ਰਮਾ, ਜ਼ਿਲ੍ਹੇ ਹੋਰ ਦੇ ਇਹ ਸਾਰੇ ਜਿਹੜੇ ਆ ਕਰਿੰਦੇ ਸੀਗੇ। ਇੱਕ ਔਨ ਰਿਕਾਰਡ ਜਿਹੜਾ ਜਨਤਕ ਕਰਨਾ ਉਹ IG ਕੰਵਰ ਵਿਜੇ ਪ੍ਰਤਾਪ ਹੋਣਾ ਨੇ ਆਪਣੀ ਤਨਦੇਹੀ ਨਾਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ। ਉਹਨਾਂ ਨੇ ਪਿੱਛੇ ਵੀਡੀਓ ਦੇ ਵਿੱਚ ਦੱਸਿਆ ਵੀ ਸੀਗਾ, ਆਪਣੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਵੀ ਸੀਗਾ ਕਿ ਉਹਨਾਂ ਤੇ ਬਹੁਤ ਜ਼ਿਆਦਾ ਜਿਹੜਾ ਡਿਪਰੈਸ਼ਨ, ਟੌਰਚਰ ਉਹਨਾਂ ਨੂੰ ਕੀਤਾ ਗਿਆ, ਥ੍ਰੈਟ ਕੀਤੇ ਗਏ ਆ। ਤਾਂ ਇੱਕ IP ਅਫਸਰ ਨੂੰ ਇਹ ਥ੍ਰੈਟ ਕਰ ਸਕਦੇ ਸੀ ਜਾਂ ਇਹਨਾਂ ਨੇ ਕੀਤਾ, ਤਾਂ ਉਹਨਾਂ ਲਈ ਮੇਰੇ ਵਰਗਾ ਇਨਸਾਨ ਜਿਹੜਾ ਇਹਨਾਂ ਦੇ ਵਿਰੁੱਧ ਕੇਸ ਲੜ ਰਿਹਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ, ਜਾਂ ਉਹਨੂੰ ਪਾਸੇ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਪਰ ਇਹਨਾਂ ਨੇ ਉਹਦੇ ਨਾਲ ਵੀ ਕਿਤੇ ਬਹੁਤ ਵੱਡਾ ਕੰਮ ਇਹ ਕੀਤਾ ਵੀ ਇਹਨਾਂ ਨੇ ਜੱਜ ਵਕੀਲ ਹੀ ਖਰੀਦ ਲਏ ਜਿਹੜੇ ਫੈਸਲੇ ਦੇਣ ਵਾਲੇ ਆ, ਜਾਂ ਉਹਨਾਂ ਨਾਲ ਹੀ ਇੰਨੀ ਸੰਢੀ ਗੰਢੀ ਕਰ ਲਈ ਕਿ ਫੈਸਲੇ ਉਹਨਾਂ ਦੇ ਹੱਕ 'ਚ ਹੀ ਆਏ ਆ। ਜੇ ਇਹ ਸਰਕਾਰ ਦੀ ਹਾਰ ਹੈ ਇੱਕ ਤਰ੍ਹਾਂ ਦੀ, ਫਿਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇਸ ਕੇਸ ਨੂੰ ਅੱਗੇ ਕਿਸੇ ਹੋਰ ਜਿਵੇਂ ਸੁਪਰੀਮ ਕੋਰਟ ਕੋਲ ਅੱਗੇ ਪ੍ਰੋਸੀਡ ਕਰ ਸਕਦੇ ਹੋ? ਦੇਖੋ, ਇਹਨਾਂ ਤੇ ਯਕੀਨੀ ਜੇ ਹਾਈ ਕੋਰਟ ਖਰੀਦ ਸਕਦੇ ਤੇ ਸੁਪਰੀਮ ਕੋਰਟ ਕਿੱਡੀ ਕੁ ਚੀਜ਼ ਆ। 7 ਦਿਨਾਂ ਦਾ ਹਫ਼ਤਾ ਹੁੰਦਾ, ਤੁਸੀਂ ਇਹ ਲਾ ਲਓ। 2 ਦਿਨ ਚੰਡੀਗੜ੍ਹ, 2 ਦਿਨ ਫਰੀਦਕੋਟ, ਤਾਂ ਮੇਰੇ 5 ਸਾਲ ਜਿਹੜੇ ਤਕਰੀਬਨ ਇੱਦਾਂ ਗੁਜ਼ਰੇ ਆ। ਤਾਂ ਅੱਗੇ ਹਾਈ ਕੋਰਟ, ਸੁਪਰੀਮ ਕੋਰਟ ਜਾਣ ਦੀ ਸਮਰੱਥਾ ਹੀ ਇਹਨਾਂ ਨੇ ਰਾਤ ਦੇ ਫੈਸਲੇ ਤੋਂ ਖਤਮ ਕਰਤੀ ਆ ਕਿ 6 ਸਾਲਾਂ ਬਾਅਦ ਫਿਰ ਇੱਦਾਂ ਕਹਿ ਦੇਣਗੇ ਯਾਰ ਇਹ ਅਫਸਰ ਚੰਗਾ ਨਹੀਂ, ਇਹਨੂੰ ਬਦਲੋ। ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ। ਕੋਟਕਪੂਰਾ ਗੋਲੀकांड ਜਿਸ ਦੀ SIT ਜਾਂਚ ਹੁੰਦੀ ਹੈ, ਜਿਸ ਦੇ ਜੋ ਮੁੱਖ ਅਧਿਕਾਰੀ ਨੇ ਉਹ ਕੁੰਵਰ ਵਿਜੇ ਪ੍ਰਤਾਪ ਜੀ, ਉਹਨਾਂ ਵੱਲੋਂ ਇਸ ਰਿਪੋਰਟ ਨੂੰ ਜਦੋਂ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਨੂੰ ਕੱਲ੍ਹ ਇਸ ਪੂਰੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ। ਤੇ ਅੱਜ ਆਪਾਂ ਇਸ ਦੇ ਸੰਬੰਧ ਵਿੱਚ ਪੀੜਤ ਪਰਿਵਾਰ ਜੋ ਕਿ ਗੋਲੀकांड ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਜੀ ਸ਼ਹੀਦ ਹੁੰਦੇ ਆ, ਉਹਨਾਂ ਦੇ ਸਪੁੱਤਰ ਸਰਦਾਰ ਸੁਖਰਾਜ ਸਿੰਘ ਜੀ ਸਾਡੇ ਨਾਲ ਨੇ। ਸਰਦਾਰ ਸੁਖਰਾਜ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਧੰਨਵਾਦ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ, ਜਿਹੜੀ ਰਿਪੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕੀਤਾ ਜਾਂਦਾ ਹੈ, ਸਭ ਤੋਂ ਪਹਿਲੇ ਤੁਹਾਡਾ ਕੀ ਪ੍ਰਤੀਕਰਮ ਹੈ ਜੀ? ਸਭ ਤੋਂ ਪਹਿਲਾਂ ਤਾਂ ਮੈਂ ਇਹ ਜਿਹੜਾ ਫੈਸਲਾ ਕੱਲ੍ਹ ਆਇਆ, ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ। ਬਹੁਤ ਹੀ ਮਾੜਾ ਅਤੇ ਇੱਕ ਹਾਸੋਹੀਣਾ ਫੈਸਲਾ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵਿੱਚ ਰੱਖਿਆ ਗਿਆ। ਇੱਕ ਜੁਡੀਸ਼ਲੀ ਤੋਂ ਵਿਸ਼ਵਾਸ ਉਠਾਉਣ ਦੀਆਂ ਗੱਲਾਂ ਜਿਹੜੀਆਂ ਕੱਲ੍ਹ ਉਹ ਫੈਸਲੇ ਦੇ ਵਿੱਚ ਆਈਆਂ ਜੀ। ਸੋ ਇਸ ਤੇ ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਨੂੰ ਆਸ ਉਮੀਦ ਨਹੀਂ ਸੀ ਇਹ ਚੀਜ਼ ਦੀ ਵੀ ਇਹ ਫੈਸਲੇ ਜਿਹੜੇ ਇਸ ਅਦਾਲਤ ਵੱਲੋਂ ਆਉਣਗੇ, ਕਿਉਂਕਿ ਸਰਕਾਰਾਂ ਇਸ ਮੁੱਦੇ ਨੂੰ ਲੈ ਕੇ ਹੀ ਬਣੀਆਂ ਸਨ। ਜੀ, ਤੁਹਾਨੂੰ ਕਿਸੇ ਦੇ ਲੱਗਦਾ ਵੀ ਇਹ ਜਿਹੜੇ ਫੈਸਲਾ, ਕੁਝ ਲੋਕ ਇਹ ਕਹਿੰਦੇ ਆ ਵੀ ਇਹ ਫੈਸਲਾ ਪਿੱਛੇ ਕਿਸੇ ਦੀ ਸਾਜ਼ਿਸ਼ ਹੈ, ਤੁਸੀਂ ਏਦਾਂ ਇਸ ਨੂੰ ਕਿਵੇਂ ਲੈਂਦੇ ਹੋ? ਫੈਸਲੇ ਨਹੀਂ, ਇਹ ਸਾਜ਼ਿਸ਼ਾਂ ਤਹਿਤ ਕੀਤੇ ਹੋਏ ਸਮਝੌਤੇ ਆ ਜਿਹੜੇ ਕੱਲ੍ਹ ਜੱਜਾਂ ਦੇ ਥਰੂ ਆਏ ਆ ਜੀ। ਜੇ ਜੱਜ ਰਾਜਵੀਰ ਜਿਨ੍ਹਾਂ ਨੇ ਫੈਸਲਾ ਦਿੱਤਾ, ਜੇ ਉਹ ਚਲਾਨ ਨੂੰ ਪੜ੍ਹਦੇ, ਜਿਨ੍ਹਾਂ ਨੇ ਪੜ੍ਹ ਕੇ ਫੈਸਲੇ ਦੇਣੇ ਸੀ, ਤਾਂ ਇੱਦਾਂ ਦੇ ਫੈਸਲੇ ਨਹੀਂ ਆਉਣੇ ਸੀ। ਪਰ ਉਹਨਾਂ ਨੇ ਪੜ੍ਹ ਕੇ ਨਹੀਂ, ਉਹਨਾਂ ਨੇ ਸਮਝੌਤੇ ਕਰਕੇ ਜਿਹੜੇ ਫੈਸਲੇ ਦਿੱਤੇ ਆ। ਇਹਦੇ ਵਿੱਚ ਸਮਝੌਤੇ ਕਿਸ ਨਾਲ ਹੋਏ ਆ ਜੀ? ਦੇਖੋ ਜੀ, ਇਹਦੇ ਵਿੱਚ ਪੰਜਾਬ ਦੇ ਜਨਰਲ ਐਡਵੋਕੇਟ ਅਤੁਲ ਨੰਦਾ, ਮੈਂ ਪਿੱਛੇ ਵੀ ਪਹਿਲਾਂ ਚੈਨਲਾਂ 'ਤੇ ਗੱਲਬਾਤ ਕਰਦੇ ਨੇ ਇਹੀ ਗੱਲਾਂ ਦੱਸੀਆਂ ਸੀਗੀਆਂ
ਵੀ ਜਦੋਂ ਬੇਅਦਬੀ ਕੇਸ ਦੀ ਆਪਣੀ ਗੋਲੀकांड ਕੇਸ ਦੀ ਸੁਣਵਾਈ ਹੁੰਦੀ ਆ ਤਾਂ ਉਹਦੇ ਵਿੱਚ ਸਰਕਾਰੀ ਧਿਰ ਦਾ ਜਾਣਾ ਜ਼ਰੂਰੀ ਹੁੰਦਾ ਐਡਵੋਕੇਟ ਦਾ। ਹਾਲਾਂਕਿ ਜੀ ਜਿਹੜੇ ਮੁੱਖ ਹੁੰਦੇ ਆ ਉਹ ਜਨਰਲ ਐਡਵੋਕੇਟ ਆ ਜਿਹੜੇ ਉਹ ਉੱਥੇ ਜਾਂਦੇ ਨਹੀਂ ਆ, ਉਹ ਆਪਣਾ ਪੱਖ ਉੱਥੇ ਰੱਖਦੇ ਨਹੀਂ ਆ, ਉੱਥੋਂ ਗੈਰ ਹਾਜ਼ਰ ਰਹਿੰਦੇ ਆ, ਛੁੱਟੀਆਂ ਲੈਂਦੇ ਆ। ਤੇ ਜਿਹੜੇ ਜੂਨੀਅਰ ਉਹਨਾਂ ਦੇ ਜਾਂਦੇ ਆ ਤਾਂ ਉਹ ਇਹ ਕਹਿ ਕੇ ਜਾਂਦੇ ਆ ਵੀ ਸੈਣੀ ਦੇ ਖਿਲਾਫ ਉਹ ਨਹੀਂ ਬੋਲਣਗੇ, ਕਿਉਂਕਿ ਸੈਣੀ ਉਹਨਾਂ ਦਾ ਚਹੇਤਾ, ਗੌਰਵ ਗਰ ਕਰਕੇ ਇੱਕ ਉਹਨਾਂ ਦੇ ਸੀਨੀਅਰ ਵਕੀਲ ਸੀ ਜਿਹੜੇ ਜਾਂਦੇ ਆ, ਉਹਨਾਂ ਦਾ ਚਹੇਤਾ ਸੈਣੀ ਆ। ਸੋ ਜਿਹਦੇ ਕਰਕੇ ਉਹ ਕਹਿ ਰਹੇ ਵੀ ਇਸ ਦੇ ਉਲਟ ਨਹੀਂ ਬੋਲਾਂਗੇ। ਤਾਂ ਇਹ ਫੈਸਲੇ ਦੀ ਜਿਹੜੀ ਉਮੀਦ ਆ ਕਦੇ ਨਹੀਂ ਲਾਈ ਸੀ, ਕਿਉਂਕਿ 9 ਚਲਾਨ ਜਿਹੜੇ ਅਦਾਲਤਾਂ ਦੇ ਵਿੱਚ ਸਬਮਿਟ ਹੋ ਚੁੱਕੇ ਆ, ਜਿਹਦੇ ਵਿੱਚ ਦੋਸ਼ੀ ਪਾਏ ਗਏ ਆ ਤੇ ਉਹ ਤਰੀਕਾਂ ਤੇ ਵੀ ਹੁੰਦੇ ਆ, ਉਹ ਆਪਣੇ ਕੇਸ ਲੜ ਰਹੇ ਆ। ਪਰ ਇੱਕਦਮ ਅਦਾਲਤ ਦਾ ਫੈਸਲਾ ਮਤਲਬ 100% ਜਾਂਚ ਕੰਪਲੀਟ ਹੋਣ ਤੋਂ ਬਾਅਦ ਉਹਨੂੰ ਜ਼ੀਰੋ ਕਰਨਾ, ਸੋ ਇਹ ਦੋਸ਼ੀਆਂ ਦੀ ਮਿਲੀ ਭੁਗਤ ਆ ਜਿਹੜੀ ਸਰਕਾਰ ਦੇ ਨਾਲ ਸੰਢੀ ਗੰਢੀ ਕੀਤੀ, ਜਿਹੜੀ ਸਿੱਧੀ ਸਾਹਮਣੇ ਆਉਂਦੀ। ਤੁਸੀਂ ਦੋਸ਼ੀ ਕਿਹਨੂੰ ਮੰਨਦੇ ਹੋ? ਜਿਵੇਂ ਕਿ ਜਾਂਚ ਦੇ ਵਿੱਚ ਲੋਕੀ ਆਮ ਕਰਕੇ ਨਾ ਇੱਕ ਪਿਛਲੀ ਸਰਕਾਰ ਤੇ ਦੋਸ਼ ਲਾਉਂਦੇ ਸੀ, ਪਰ ਹੁਣ ਹਾਈ ਕੋਰਟ ਵੱਲੋਂ ਜਦੋਂ ਇਸ ਜਾਂਚ ਨੂੰ ਰੱਦ ਕਰ ਦਿੱਤਾ ਗਿਆ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਪਿਛਲੀ ਦੇਖੋ ਸਰਕਾਰ ਜਿਨ੍ਹਾਂ ਤੇ ਦੋਸ਼ ਲੱਗਦਾ ਸੀ ਵੀ ਉਹ ਹੁਣ ਬਿਲਕੁਲ ਕਲੀਨ ਸਾਫ਼ ਚਿੱਟ ਉਹਨਾਂ ਨੂੰ ਮਿਲ ਗਈ ਹੈ? ਦੇਖੋ ਇਹ ਅਕਸਰ ਦੋਸ਼ੀ, ਮੈਂ ਉਹੀ ਕਹਿ ਰਿਹਾ ਵੀ ਜਿਹੜੇ ਦੋਸ਼ੀ ਉਹ ਪਿਛਲੀ ਸਰਕਾਰ ਹੀ ਸੀ, ਆਪਣੇ ਆਪ ਨੂੰ ਪੰਥ ਦੀ ਰਾਖੀ ਕਹਿਣ ਵਾਲੇ, ਪੰਥ ਪ੍ਰਸਤ, ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੁੰਦੀ ਆ, ਸਭ ਤੋਂ ਵੱਡਾ ਦੋਸ਼ ਉਹਨਾਂ ਤੇ ਉਹ, ਕਿਉਂਕਿ ਉਹ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਤੇ ਸਾਡੇ ਗੁਰੂ ਨੂੰ ਸੇਫ ਨਹੀਂ ਰੱਖ ਸਕੇ, ਉਹਨਾਂ ਦੀ ਉਹ ਇਨਵੈਸਟੀਗੇਸ਼ਨ ਨਹੀਂ ਕਰਾ ਸਕੇ। ਦੂਸਰਾ, ਨਾਮ ਜਪਦੀਆਂ ਸੰਗਤਾਂ, ਰੋਸ ਕਰ ਰਹੀਆਂ ਸੰਗਤਾਂ ਨੇ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਵਾਈਆਂ ਤੇ 1.5 ਸਾਲ ਉਸ ਤੋਂ ਬਾਅਦ ਰਹੇ ਆ ਤੇ ਕੋਈ ਉਹਨਾਂ ਨੇ ਸੰਗਤਾਂ ਨੂੰ ਇਨਸਾਫ ਤੱਕ ਨਹੀਂ ਦਿੱਤਾ। ਜੀ ਤਾਂ ਦੋਸ਼ੀ ਉਹੀ ਸੀ, ਉਹਨਾਂ ਦਾ ਚਹੇਤਾ ਮਤਲਬ ਵਰਦੀ ਦੇ ਵਿੱਚ ਗੁੰਡਾ ਟਾਈਪ ਇਨਸਾਨ ਡੀਜੀਪੀ ਸਮੇਧ ਸੈਣੀ ਸੀਗਾ, ਆਈਜੀ ਉਮਰਾ ਨੰਗਲ ਸੀਗਾ, ਐਸਐਸਪੀ ਚਰਨਜੀਤ ਸ਼ਰਮਾ, ਜ਼ਿਲ੍ਹੇ ਹੋਰ ਦੇ ਇਹ ਸਾਰੇ ਜਿਹੜੇ ਆ ਕਰਿੰਦੇ ਸੀਗੇ। ਪਰ ਇਹਨਾਂ ਨੇ ਫਰੀਦਕੋਟ ਦੇ ਵਿੱਚ ਆ ਕੇ ਆਪਣੀ ਧੌਂਸ ਜਮਾਈ, ਵਰਦੀ ਦੀ ਗੁੰਡਾਗਰਦੀ ਦੀ ਧੌਂਸ ਤੇ ਇਹਨਾਂ ਨੇ ਗੋਲੀਆਂ ਚਲਾਈਆਂ, ਅਨੇਕਾਂ ਸਿੱਖ ਉੱਥੇ ਜ਼ਖਮੀ ਕੀਤੇ, ਫੱਟੜ ਕੀਤੇ ਤੇ 2 ਆ ਜਿਹੜੇ ਉੱਥੇ ਗੋਲੀਆਂ ਚਲਾ ਕੇ ਜਿਹੜੇ ਸਿੱਖ ਸ਼ਹੀਦ ਕੀਤੇ ਆ। ਸੋ ਇਹ ਸਾਰਾ ਲੋਕ ਜਾਣਦੇ ਆ, ਸਾਰੇ ਲੋਕਾਂ ਨੂੰ ਜੱਗ ਜ਼ਾਹਰ ਆ ਵੀ ਦੋਸ਼ੀ ਆ ਜਿਹੜੇ ਕੌਣ ਆ, ਕਰਾਉਣ ਵਾਲੇ ਕੌਣ ਆ, ਸਰਸੇ ਵਾਲਿਆਂ ਨਾਲ ਯਾਰੀ ਕਿਹਦੀ ਆ, ਇਹ ਸਾਰਿਆਂ ਨੂੰ ਪਤਾ ਸੀ। ਪਰ ਇੱਕ ਔਨ ਰਿਕਾਰਡ ਜਿਹੜਾ ਜਨਤਕ ਕਰਨਾ, ਉਹ ਆਈਜੀ ਕੰਵਰ ਵਿਜੇ ਪ੍ਰਤਾਪ ਹੋਣਾ ਨੇ ਆਪਣੀ ਤਨਦੇਹੀ ਨਾਲ, ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ। ਉਹਨਾਂ ਨੇ ਪਿੱਛੇ ਵੀਡੀਓ ਦੇ ਵਿੱਚ ਦੱਸਿਆ ਵੀ ਸੀਗਾ, ਆਪਣੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਵੀ ਸੀਗਾ ਕਿ ਉਹਨਾਂ ਤੇ ਬਹੁਤ ਜ਼ਿਆਦਾ ਜਿਹੜਾ ਡਿਪਰੈਸ਼ਨ, ਟੌਰਚਰ ਉਹਨਾਂ ਨੂੰ ਕੀਤਾ ਗਿਆ, ਥ੍ਰੈਟ ਕੀਤੇ ਗਏ ਆ। ਤਾਂ ਇੱਕ ਆਈਪੀ ਅਫਸਰ ਨੂੰ ਇਹ ਥ੍ਰੈਟ ਕਰ ਸਕਦੇ ਸੀ ਜਾਂ ਇਹਨਾਂ ਨੇ ਕੀਤਾ, ਤਾਂ ਉਹਨਾਂ ਲਈ ਮੇਰੇ ਵਰਗਾ ਇਨਸਾਨ ਜਿਹੜਾ ਇਹਨਾਂ ਦੇ ਵਿਰੁੱਧ ਕੇਸ ਲੜ ਰਿਹਾ, ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ, ਜਾਂ ਉਹਨੂੰ ਪਾਸੇ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਪਰ ਇਹਨਾਂ ਨੇ ਉਹਦੇ ਨਾਲ ਵੀ ਕਿਤੇ ਬਹੁਤ ਵੱਡਾ ਕੰਮ ਇਹ ਕੀਤਾ ਵੀ ਇਹਨਾਂ ਨੇ ਜੱਜ ਵਕੀਲ ਹੀ ਖਰੀਦ ਲਏ ਜਿਹੜੇ ਫੈਸਲੇ ਦੇਣ ਵਾਲੇ ਆ, ਜਾਂ ਉਹਨਾਂ ਨਾਲ ਹੀ ਇੰਨੀ ਸੰਢੀ ਗੰਢੀ ਕਰ ਲਈ ਕਿ ਫੈਸਲੇ ਉਹਨਾਂ ਦੇ ਹੱਕ 'ਚ ਹੀ ਆਏ ਆ ਸਰ। ਤੁਸੀਂ ਜਿਵੇਂ ਕਹਿ ਰਹੇ ਵੀ ਜੇ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਥ੍ਰੈਟ ਹੋ ਸਕਦਾ ਸੀ ਵੀ ਮੇਰੇ ਤੇ ਵੀ ਆ ਸਕਦੇ ਆ, ਕੀ ਤੁਹਾਨੂੰ ਵੀ ਕਦੇ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਧਮਕੀ ਵਗੈਰਾ ਦਿੱਤੀ? ਇਹਨਾਂ ਨੇ ਮਾਨਸਿਕ ਥ੍ਰੈਟ ਕਹਿੰਦੇ ਇਹਨੂੰ। ਇੱਕ ਨਾ ਜਦੋਂ ਆਪਾਂ ਕੋਰਟ ਦੇ ਵਿੱਚ ਕੇਸ ਲਾਇਆ, ਮੈਂ 2016 ਤੋਂ ਕੇਸ ਲੜ ਰਿਹਾ ਹਾਂ, ਤਾਂ ਤਕਰੀਬਨ ਮੈਂ 1.5 ਸਾਲ ਦਾ ਕੋਰਟ ਦੇ ਅੰਦਰ ਜਾਣ ਲੱਗਿਆ। ਕੇਸ ਮੈਂ 16 ਤੋਂ ਲੜ ਰਿਹਾ, 2016 ਤੋਂ ਕੇਸ ਲੜ ਰਿਹਾ ਤੇ 2021 ਚੱਲ ਰਿਹਾ ਅੱਜ। ਪਰ ਤਕਰੀਬਨ ਮੈਂ 1.5 ਸਾਲ ਦਾ, ਸਾਲ, ਸਵਾ ਸਾਲ, 1.5 ਸਾਲ ਦੇ ਅੰਦਰ ਹੀ ਕੋਰਟ ਦੇ ਵਿੱਚ ਜਾਣ ਲੱਗਿਆ। ਉਸ ਤੋਂ ਪਹਿਲਾਂ ਮੈਨੂੰ ਮੇਰੇ ਵਕੀਲ ਦੇ ਨਾਲ ਕੋਰਟ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੀ, ਸਿਕਿਉਰਿਟੀ ਟਾਈਟ ਰੱਖਦੇ ਸੀ, ਪੁਲਿਸ ਰੋਕ ਦਿੰਦੀ ਸੀ, ਕੀ ਕਰਨਾ, ਕਿਉਂ ਜਾਣਾ, ਤੁਹਾਡਾ ਵਕੀਲ ਗਿਆ, ਏਦਾਂ ਦੀਆਂ ਗੱਲਾਂ ਕਰਕੇ ਇੱਕ ਮੈਂਟਲੀ ਬੰਦੇ ਨੂੰ ਟੌਰਚਰ ਕਰਨਾ ਕਿ ਮੈਂ ਆਪਣੇ ਆਪ ਹੀ ਸੋਚਾਂ ਯਾਰ ਛੱਡ, ਮੈਂ ਕੀ ਲੈਣਾ, ਮੈਂ ਰਹਿਣ ਦਿਆਂ। ਸੋ ਇਹਨਾਂ ਨੇ ਉਹ ਤਰ੍ਹਾਂ ਦੇ ਬਹੁਤ ਹੱਥ ਕੰਡੇ ਅਪਣਾਏ। ਉਸੇ ਤਰ੍ਹਾਂ ਆਈਜੀ ਕੰਵਰ ਵਿਜੇ ਪ੍ਰਤਾਪ ਹੋਣਾ ਨੂੰ, ਜੇ ਉਹ ਇਨਵੈਸਟੀਗੇਸ਼ਨ ਕਰ ਰਹੇ ਆ, ਉਹਨਾਂ ਨੂੰ ਖੱਜਲ ਖੁਆਰ ਕਰਨਾ, ਉਹਨਾਂ ਦੀਆਂ ਡਿਊਟੀਆਂ ਲਾਉਣੀਆਂ ਜਾਂ ਹੋਰ ਕੋਈ ਗੱਲਾਂ ਉਹ ਬਖੂਬੀ ਦੱਸ ਸਕਦੇ ਆ। ਪਰ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਵੀ ਆਪਣੀ ਜਾਂਚ ਨੂੰ ਤੇ ਗੁਰੂ ਦਸਮ ਪਿਤਾ ਨੂੰ ਆਪਣਾ ਪਿਤਾ ਮੰਨ ਕੇ ਉਹਨਾਂ ਨੇ ਇਹ ਜਾਂਚ ਜਿਹੜੀ ਸੰਪੂਰਨ ਕੀਤੀ ਸੀ। ਉਹਨਾਂ ਨੇ ਕਿਹਾ ਵੀ ਮੈਨੂੰ ਕਿਸੇ ਦਾ ਡਰ ਭੈ ਨਹੀਂ ਹੈ, ਪਰ ਆਉਣ ਵਾਲੇ ਦਿਨਾਂ 'ਚ ਉਹ ਸਾਰਾ ਜਨਤਕ ਕਰਨਗੇ। ਤਾਂ ਇਹਨਾਂ ਨੇ ਉਹ ਜਨਤਕ ਹੋਣ ਦੇ ਡਰ ਤੋਂ ਆਪਣੇ ਮਤਲਬ ਜਿਹੜੇ ਚੋਰ ਕਹਿੰਦੇ ਆ, ਉਹਨਾਂ ਨੇ ਆਪਣੇ ਚੋਰੀਆਂ ਲੁਕਾਉਣ ਤੋਂ ਉਹਨਾਂ ਨੂੰ ਜਾਂਚ ਤੋਂ ਹੀ ਲਾਂਭੇ ਕਰਤਾ, ਉਹਨਾਂ ਨੂੰ ਇੱਕ ਪਾਸੇ ਕਰਤਾ ਜੱਜਾਂ ਥਰੂ। ਜਨਰਲ ਐਡਵੋਕੇਟ ਅਤੁਲ ਨੰਦਾ ਜਿਹੜੇ ਉੱਥੋਂ ਗੈਰ ਹਾਜ਼ਰ ਰਹਿੰਦੇ ਆ, ਜਿਹੜੇ ਅੱਜ ਛੁੱਟੀਆਂ ਲੈ ਰਹੇ ਆ, ਇੱਕ ਹਾਈਲਾਈਟਡ ਕੇਸ ਹੋਵੇ, ਗੁਰੂ ਪਿਤਾ ਦੀ ਬੇਅਦਬੀ ਹੋਵੇ, ਪੰਜਾਬ ਦੇ ਵਿੱਚ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਥਾਂ ਥਾਂ ਹੋਈ ਹੋਵੇ, ਉਹਦਾ ਕੇਸ ਜਿਹੜਾ ਇੰਟਰਨੈਸ਼ਨਲ ਤੇ ਪਹੁੰਚਿਆ ਹੋਵੇ, ਦੇਸ਼ ਵਿਦੇਸ਼ ਦੀ ਦੁਨੀਆ ਦੀ ਸਾਰੀ ਅੱਖ ਉਹਦੇ ਤੇ ਹੋਵੇ, ਤੇ ਜਿਹੜਾ ਕੇਸ ਲੜਨ ਵਾਲਾ
ਐਡਵੋਕੇਟ ਆ ਉੱਥੋਂ ਗੈਰ ਹਾਜ਼ਰ ਹੋਵੇ ਤਾਂ ਆਪਾਂ ਕੀ ਸੰਕੇਤ ਲੈ ਸਕਦੇ ਹਾਂ? ਤੁਸੀਂ ਉਹਨਾਂ ਦੀ ਐਡਵੋਕੇਟ ਜਨਰਲ ਦਾ ਬਾਰ-ਬਾਰ ਨਾਮ ਲੈ ਰਹੇ ਹੋ, ਕੀ ਤੁਸੀਂ ਇਸ ਦੀ ਕੰਪਲੇਂਟ ਪਹਿਲੇ ਕਦੇ ਕੀਤੀ ਸਰਕਾਰ ਕੋਲ ਜਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਕੋਲ? ਜਦੋਂ ਮੈਨੂੰ ਪਤਾ ਲੱਗਿਆ ਪਿਛਲੇ ਕੇਸਾਂ 'ਚ ਤਕਰੀਬਨ ਜਦੋਂ ਤੋਂ ਗੈਰ ਹਾਜ਼ਰ ਰਹਿਣ ਲੱਗਿਆ, ਤਾਂ ਮੈਂ ਮਤਲਬ ਸਾਰੇ ਮੀਡੀਆ 'ਚ ਇਹ ਗੱਲ ਕਰਦਾ, ਜਦੋਂ ਮੈਂ ਬਿਆਨ ਲਵਾਉਣਾ ਮੈਂ ਉੱਥੇ ਕਹਿੰਦਾ ਵੀ ਸਰਕਾਰ ਆਪਣਾ ਪੱਖ ਨਹੀਂ ਚੰਗੀ ਤਰ੍ਹਾਂ ਨਿਭਾ ਰਹੀ ਆ। ਦੂਸਰੀ ਗੱਲ ਮੈਂ ਇੱਥੇ ਕਹਿੰਦਾ ਵੀ ਇਕੱਲਾ ਗੋਲੀਕਾਂਡ ਤੇ ਨਹੀਂ, ਇਹਨਾਂ ਨੇ ਬੇਅਦਬੀ ਵਾਲੇ ਕੇਸ ਆ ਜਿਹੜੇ ਉਹ ਇੰਨੇ ਖੁੱਲੇ ਰੱਖੇ ਆ ਵੀ ਇੱਕ ਆਮ ਜਿਵੇਂ ਨੋਰਮਲ ਜੀ ਗੱਲ ਹੋਵੇ ਉਹਦੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਮਲਕਿਆਂ ਦਾ ਇੱਕ ਗਵਾਹ ਗੁਰਸੇਵਕ ਸਿੰਘ ਫੌਜੀ ਕਰਕੇ ਉਹ ਖੁਦ ਵਿਚਾਰਾ ਇਕੱਲਾ ਕੇਸ ਲੜ ਰਿਹਾ, ਉਹ ਇਕੱਲਾ ਜਾਂਦਾ, ਉਹਨੂੰ ਪ੍ਰੇਮੀਆਂ ਨੇ ਖਰੀਦਿਆ ਸੀ, ਖਰੀਦਣਾ ਚਾਹਿਆ ਸੀ, ਚੈੱਕ ਦਿੱਤੇ ਸੀ, ਉਹਨਾਂ ਨੇ ਕੇਸ ਲਾਤਾ ਕਿਉਂਕਿ ਦੋਸ਼ੀ ਆ ਉਹ ਦੂਸਰੇ ਪ੍ਰੇਮੀਆਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਤੇ ਕੇਸ ਲਾਤਾ, ਤੇ ਪ੍ਰੇਮੀ ਅੱਜ 30 40 20 50 ਬੰਦੇ ਜਾਂਦੇ ਆ, ਉਹ ਇੱਕ ਦੋ ਬੰਦਿਆਂ ਨਾਲ ਉੱਥੇ ਕੋਰਟ ਦੇ ਵਿੱਚ ਜਾਂਦਾ। ਸੋ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਸਰਕਾਰ ਦੀ ਮਿਲੀ ਭੁਗਤ ਨਜ਼ਰੇ 'ਚ ਸਾਫ਼ ਜ਼ਾਹਰ ਹੋਈ ਆ। ਸਰਕਾਰ ਬਣਾਉਣ ਵੇਲੇ ਗੱਲਾਂ ਹੋਰ ਸੀਗੀਆਂ, ਪਰ ਅੱਜ ਯਾਰੀਆਂ ਪਕਾਉਣ ਤੇ ਜਦੋਂ ਗੱਲਾਂ ਆਈਆਂ ਤਾਂ ਇਹਨਾਂ ਨੇ ਇਨਵੈਸਟੀਗੇਸ਼ਨ ਕਰਨ ਵਾਲੇ ਹੀ ਪਾਸੇ ਕਰਤੇ। ਇਹ ਆਮ ਕਰਕੇ ਕਿਹਾ ਜਾ ਰਿਹਾ ਵੀ ਜੇ ਇਹ ਸਰਕਾਰ ਦੀ ਹਾਰ ਹੈ ਇੱਕ ਤਰ੍ਹਾਂ ਦੀ, ਫਿਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇਸ ਕੇਸ ਨੂੰ ਅੱਗੇ ਕਿਸੇ ਹੋਰ ਜਿਵੇਂ ਸੁਪਰੀਮ ਕੋਰਟ ਕੋਲ ਅੱਗੇ ਪ੍ਰੋਸੀਡ ਕਰ ਸਕਦੇ ਹੋ? ਦੇਖੋ ਇਹਨਾਂ ਤੇ ਯਕੀਨੀ ਜੇ ਹਾਈ ਕੋਰਟ ਖਰੀਦ ਸਕਦੇ ਤੇ ਸੁਪਰੀਮ ਕੋਰਟ ਕਿੱਡੀ ਕੁ ਚੀਜ਼ ਆ। ਜੇ ਕਿਸਾਨਾਂ ਦੇ 3 ਕਾਨੂੰਨ ਬਣਾਉਣ ਲਈ ਇਹਨਾਂ ਨੇ ਆਪਦੇ ਫੈਸਲੇ ਲੋਕਾਂ ਤੇ ਥੋਪਤੇ ਤਾਂ ਸਾਡਾ ਤਾਂ ਕੇਸ ਬਹੁਤ ਛੋਟਾ ਰਹਿ ਜਾਊਗਾ ਇਹਨਾਂ ਕੋਲੇ। ਸੁਪਰੀਮ ਕੋਰਟ ਤੱਕ ਮੈਂ ਪਹੁੰਚ ਕਿਵੇਂ ਕਰਾਂਗਾ? ਜੇ ਮੈਂ ਹਾਈ ਕੋਰਟ ਤੱਕ ਗੱਲ ਕਰਕੇ ਜੇ ਆਪਾਂ ਇਹਨਾਂ ਦੀ, ਤਾਂ ਇੱਕ ਦਿਨ ਹਫ਼ਤੇ ਦੇ ਵਿੱਚ 2 ਦਿਨ ਚੰਡੀਗੜ੍ਹ, 3 ਦਿਨ ਫਰੀਦਕੋਟ ਤੇ 7 ਦਿਨਾਂ ਦਾ ਹਫ਼ਤਾ ਹੁੰਦਾ, ਤੁਸੀਂ ਇਹ ਲਾ ਲਓ 2 ਦਿਨ ਚੰਡੀਗੜ੍ਹ 3 ਦਿਨ ਫਰੀਦਕੋਟ, ਤਾਂ ਮੇਰੇ 6 ਸਾਲ 5 ਸਾਲ ਜਿਹੜੇ ਤਕਰੀਬਨ ਏਦਾਂ ਗੁਜ਼ਰੇ ਆ। ਤਾਂ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਜਾਣ ਦੀ ਸਮਰੱਥਾ ਹੀ ਇਹਨਾਂ ਨੇ ਰਾਤ ਦੇ ਫੈਸਲੇ ਤੋਂ ਖਤਮ ਕਰਤੀ ਆ ਕਿ 6 ਸਾਲਾਂ ਬਾਅਦ ਇਹ ਫਿਰ ਏਦਾਂ ਕਹਿ ਦੇਣਗੇ ਯਾਰ ਇਹ ਅਫਸਰ ਚੰਗਾ ਨਹੀਂ, ਇਹਨੂੰ ਬਦਲੋ। ਜਿਹੜੇ ਹੁਣ ਵਿਰੋਧੀ ਧਿਰ ਹੈਗੇ ਆ ਉਹ ਕਾਫੀ ਇਸ ਫੈਸਲੇ ਦੇ ਅਗੇਂਸਟ ਬੋਲ ਰਹੀਆਂ ਨੇ। ਕੀ ਵਿਰੋਧੀ ਧਿਰਾਂ ਨੇ ਤੁਹਾਡੀ ਇਸ ਫੈਸਲੇ, ਇਸ ਜੋ ਜਾਂਚ ਚੱਲਦੀ ਸੀ, ਤੁਹਾਡੀ ਕੋਈ ਹੈਲਪ ਕੀਤੀ ਹੈ ਜਾਂ ਤੁਹਾਡੀ ਕਿਸੇ ਨੇ ਕੋਈ ਸਹਾਇਤਾ ਕੀਤੀ ਹੈ ਜੀ? ਕਿਸੇ ਨੇ ਕੋਈ ਇਹਦੀ ਸਹਾਇਤਾ ਨਹੀਂ ਕੀਤੀ, ਕਿਸੇ ਨੇ ਕੋਈ ਹੈਲਪ ਨਹੀਂ ਕੀਤੀ, ਕਿਸੇ ਕੋਈ ਜਥੇਬੰਦੀ ਦਾ ਕੋਈ ਸਾਥ ਨਹੀਂ ਆ। 2000 ਜੀ ਕਿਸੇ ਕੋਈ ਜਥੇਬੰਦੀ ਦਾ ਕੋਈ ਸਾਥ ਨਹੀਂ ਆ, ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। 2016 ਤੋਂ ਲੈ ਕੇ ਅੱਜ ਤੱਕ ਕੇਸ ਨਰੋਲ ਮੈਂ ਇਕੱਲਾ ਹੀ ਲੜ ਰਿਹਾ ਹਾਂ। ਸਾਲ 1.5 ਸਾਲ ਤੋਂ ਜਦੋਂ ਇਨਵੈਸਟੀਗੇਸ਼ਨ ਟੀਮ ਆਈ ਜੀ ਕੰਵਰ ਵਿਜੇ ਪ੍ਰਤਾਪ ਹੋਣਾ ਦੀ ਚੱਲ ਰਹੀ ਆ, ਉਹਦੇ 'ਚ ਜ਼ਰੂਰ ਥੋੜ੍ਹਾ ਬਹੁਤਾ ਉਹਨਾਂ ਨੇ ਪਾਰਟੀਸਪੇਟ ਕੀਤਾ ਕਿਉਂਕਿ ਪਤਾ ਲੱਗਦਾ ਸੀ ਵਿੱਚ ਵਿਚਰਨ ਤੇ ਕੌਣ ਕਿਵੇਂ ਆ, ਕਿੱਥੋਂ ਤੱਕ ਇਨਵੈਸਟੀਗੇਸ਼ਨ ਪਹੁੰਚੀ ਆ। ਤਾਂ ਹੋਰ ਕਿਸੇ ਦਾ ਕੋਈ ਸਹਿਯੋਗ, ਕਿਸੇ ਜਥੇਬੰਦੀ, ਕੋਈ ਪੋਲੀਟੀਕਲ ਧਿਰ ਦਾ ਨਹੀਂ ਆ। ਹੁਣ ਸਿਆਸੀ ਰੋਟੀਆਂ ਸੇਕਣ ਲਈ ਜੋ ਵੀ ਆ ਇਹ ਆਪਣੇ ਬਿਆਨ ਲਾਉਣਗੇ। ਸਾਨੂੰ ਸਿਆਸੀ ਰੋਟੀਆਂ ਨਹੀਂ ਚਾਹੀਦੀਆਂ। ਮੈਂ ਪਹਿਲੇ ਦਿਨ ਤੋਂ ਇਹ ਕਹਿੰਦਾ ਆ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਸ਼ਟ ਦੀ ਬੇਅਦਬੀ ਹੋਈ ਹੈ, ਤੇ ਸਿੱਖ ਜਿਹੜੇ ਨੌਜਵਾਨ ਉੱਥੇ ਸ਼ਹੀਦ ਕੀਤੇ ਗਏ ਆ ਜਾਂ ਜ਼ਖਮੀ ਕੀਤੇ ਗਏ ਆ, ਉਹ ਬੇਵਜ੍ਹਾ ਨਾਲ ਇਹਨਾਂ ਨੇ ਜਿਹੜੀਆਂ ਗੋਲੀਆਂ ਚਲਾ ਕੇ ਗੁੰਡਾਗਰਦੀ ਤਹਿਤ ਕੀਤੇ ਗਏ ਆ। ਪਰ ਇਹਨੂੰ ਮੁੱਦਾ ਨਾ ਬਣਾਓ, ਇਹਨੂੰ ਇੱਕ ਬਹੁਤ ਭਿਆਨਕ ਮਸਲਾ ਸਮਝ ਕੇ ਹੱਲ ਕਰੋ। ਇਸ਼ਟ ਦੀ ਬੇਅਦਬੀ ਹੋਈ ਹੈ, ਸਿੱਖ ਧਰਮ ਦਾ ਖਿਲਵਾੜ ਕੀਤਾ, ਪਰ ਉਹਨੂੰ ਇੱਕ ਵੋਟਾਂ ਦਾ ਰਾਜਨੀਤਿਕ ਮੁੱਦਾ ਬਣਾ ਕੇ ਵਰਤ ਰਹੇ। ਤੁਹਾਡੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਹੋਈ ਰਾਤ ਦੀ ਜਦੋਂ ਦਾ ਇਹ ਫੈਸਲਾ ਆਇਆ ਜੀ? ਤਕਰੀਬਨ ਹੋਈ ਹੈ ਜੀ, ਥੋੜ੍ਹੀ ਬਹੁਤੀ ਗੱਲ ਟੱਚ 'ਚ ਆਇਆ ਹੋਈ ਆ। ਤਾਂ ਉਹ ਵੀ ਇਹ ਫੈਸਲੇ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈ ਕਿਉਂਕਿ ਉਹਨਾਂ ਨੇ ਇੱਕ ਤਨਦੇਹੀ ਨਾਲ ਜਿਹੜਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਨਵੈਸਟੀਗੇਸ਼ਨ ਕਰਨੀ, ਬਹੁਤ ਇਹੋ ਜਿਹੇ ਬੰਦਿਆਂ ਦੇ ਨਾਲ ਸਾਹਮਣਾ ਕਰਨਾ, ਪੁੱਛਗਿੱਛ ਕਰਨੀ, ਡਿਪਟੀ ਸੀਐਮ ਤੋਂ ਸਵਾਲ ਕਰਨੇ, ਸੋ ਬਹੁਤ ਵੱਡੀਆਂ ਗੱਲਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਸੀ। ਪਰ ਇਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਜ਼ੀਰੋ ਕਰਕੇ, ਸਾਰੀ ਇਨਵੈਸਟੀਗੇਸ਼ਨ ਜਿਹੜੀ ਖਾਰਜ ਕਰਕੇ ਅੱਜ ਉਹਨਾਂ ਨੂੰ ਇੱਕ ਬਦਨ ਤੇ ਗੱਲ ਕਰਤੀ ਹੈ, ਪਾਸੇ ਕਰਤਾ। ਸੋ ਇੱਥੋਂ ਇਹ ਸਿੱਧਾ ਸਾਫ਼ ਸਪਸ਼ਟ ਹੁੰਦਾ ਹੈ ਕਿ ਸਰਕਾਰਾਂ ਕੋਈ ਵੀ ਹੋਣ, ਇਹਨਾਂ ਦੀ ਸੰਢੀ ਗੰਢੀ ਸਾਰਿਆਂ ਦੀ ਚੱਲਦੀ ਆ। ਇਹ ਲੋਕਾਂ ਨੂੰ ਲੜਾਉਣ ਦੇ ਵਿੱਚ ਸਫਲ ਹੁੰਦੇ ਆ ਤੇ ਲੋਕ ਆਪਣੇ ਮੂਰਖ ਬਣੀ ਜਾਂਦੇ ਇਹਨਾਂ ਵਿੱਚ। ਤੁਸੀਂ ਸਿੱਖ ਸੰਗਤਾਂ ਨੂੰ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਆ, ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਇੰਟਰਵਿਊ ਦੇ ਜ਼ਰੀਏ? ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਨਿਮਰਤਾ ਸਹਿਤ, ਪਹਿਲਾਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਪੰਜਾਬ ਦੀਆਂ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਆਪਣੀ ਨਿਡਰਤਾ ਦਿਖਾਈ ਹੈ ਜਾਂ ਜਿਹੜੇ ਦਰਦ ਰੱਖਦੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ। ਦੂਸਰਾ ਮੈਂ ਬੇਨਤੀ ਕਰਦਾ ਬਈ, ਬਹੁਤ ਸਮਾਂ ਆਪਣੇ ਤੇ ਬੀਤਿਆ, ਸੁਣੀ ਸੀ ਆਪਣੇ ਬਾਪੂਆਂ ਤੋਂ, ਦਾਦਿਆਂ ਤੋਂ ਸੁਣੀ ਸੀ ਵੀ 84 'ਚ ਹੋਇਆ, ਪਰ 2015 ਮੈਂ ਖੁਦ ਆਪ ਦੇਖੀ ਆ ਵੀ ਵਾਕਿਆ ਹੀ ਇਹ ਸਰਕਾਰਾਂ ਬੰਦੇ ਨੂੰ ਏਦਾਂ ਰੋਲਦੀਆਂ।
ਸੋ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਈ ਵੀਰੋ, ਏਕਾ ਕਰੀਏ, ਏਕਾ ਕਰਕੇ ਇਹਨਾਂ ਜ਼ੁਲਮ ਦੇ ਹਾਕਮਾਂ ਦੇ ਆਪਾਂ ਖਿਲਾਫ ਲੜੀਏ। ਤਾਂ ਵੋਟਾਂ ਤੱਕ ਜਾਂ ਦਾਰੂ ਦੀ ਬੋਤਲ ਤੱਕ ਜਾਂ ਕੋਈ ਆਪਣੇ ਨਿੱਜੀ ਕੰਮਾਂ ਤੱਕ ਸੀਮਿਤ ਰਹਿ ਕੇ ਆਪਾਂ ਇਹਨਾਂ ਨੂੰ ਅੱਗੇ ਨਾ ਲੈ ਕੇ, ਨੌਜਵਾਨ ਪੰਜਾਬ ਦਾ ਉੱਠੋ, ਆਪਦੀ ਨੁਮਾਇੰਦਗੀ ਖੁਦ ਕਰੋ, ਆਪਣੇ ਇਸ਼ਟ ਨੂੰ, ਧਰਮ ਨੂੰ ਤੇ ਆਪਣੇ ਪੰਜਾਬ ਦੀਆਂ ਫਸਲਾਂ ਨਸਲਾਂ ਨੂੰ ਆਪਾਂ ਬਚਾਉਣ ਦੀਆਂ ਗੱਲਾਂ ਕਰੀਏ। ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨਾਲ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।